ਗੱਲ ਕਰਦੇ ਹਾਂ ਕਰਪਸ਼ਨ ਦੀ। ਕਰਪਸ਼ਨ ਨੂੰ ਯਾਨੀ ਭ੍ਰਿਸ਼ਟਾਚਾਰ ਨੂੰ ਲੈ ਕੇ ਸੂਬੇ 'ਚ ਸਿਆਸੀ ਤਕਰਾਰ ਜਾਰੀ ਹੈ। ਸ਼ਨੀਵਾਰ ਨੂੰ ਵਿਰੋਧੀ ਧਿਰ ਨੇ ਸਰਕਾਰ ਤੇ ਬਦਲਾਖੋਰੀ ਦੇ ਇਲਜ਼ਾਮ ਲਾਏ ਤਾਂ ਐਤਵਾਰ ਨੂੰ ਸਰਕਾਰ ਦੇ ਮੰਤਰੀਆਂ ਨੇ ਜਵਾਬ 'ਚ ਕਿਹਾ ਕਿ ਭ੍ਰਿਸ਼ਟਾਚਾਰੀਆਂ ਤੇ ਕਾਰਵਾਈ ਹੋ ਰਹੀ ਹੈ ਔਰ ਚੱਲਦੀ ਰਹੇਗੀ। ਸਾਰਿਆਂ ਨੂੰ ਪਹਿਲਾਂ ਚੰਦ ਦਿਨਾਂ ਦੇ ਵਿੱਚ ਅਸੀਂ ਸਾਰੇ ਇਹ ਫੈਸਲਾ ਕੀਤਾ ਪਾਰਟੀ ਵੱਲੋਂ ਕਿ ਆਨਰੇਬਲ ਗਵਰਨਰ ਸਾਹਿਬ को ਅਸੀਂ ਵਕਤ ਮੰਗ ਰਹੇ ਹਾਂ। ਜਿੱਦਣ ਵੀ ਉਹ ਦੇਣਗੇ ਟਾਈਮ। ਪਹਿਲਾ ਮਸਲਾ ਇਹ ਹੈ ਕਿ ਜਿਹੜੀ ਐਕਸਾਈਜ਼ ਪਾਲਿਸੀ ਆਪ ਦੀ ਗਵਰਨਮੈਂਟ ਦਿੱਲੀ ਵਿੱਚ ਲੈ ਕੇ ਆਈ ਸੀ ਤੇ ਉੱਥੋਂ ਦੇ ਲੈਫਟੀਨੈਂਟ ਗਵਰਨਰ ਸਾਹਿਬ ਨੇ, ਪਹਿਲੇ ਚੀਫ ਸੈਕਟਰੀ ਨੇ ਉੱਥੋਂ ਦੇ, ਉਹਦੀ ਰਿਕਮੈਂਡੇਸ਼ਨਸ ਨੂੰ ਅੱਗੇ ਵਧਾਉਂਦੇ ਹੋਏ ਲੈਫਟੀਨੈਂਟ ਗਵਰਨਰ ਨੇ ਸੈਂਟਰਲ ਗਵਰਨਮੈਂਟ ਨੂੰ ਲਿਖਿਆ ਕਿ ਬਹੁਤ ਵੱਡਾ ਕਪਲਾ ਆਪ ਦੀ ਸਰਕਾਰ ਨੇ ਮਨੀਸ਼ ਸਿਸੋਦੀਆ ਜੀ ਦੀ ਲੀਡਰਸ਼ਿਪ ਦੇ ਥੱਲੇ, ਕਿਉਂਕਿ ਉੱਥੇ ਮਹਿਕਮਾ ਜਿਹੜਾ ਐਕਸਾਈਜ਼ ਐਂਡ ਟੈਕਸੇਸ਼ਨ ਦਾ ਉਹ ਸਿਸੋਦੀਆ ਸਾਹਿਬ ਕੋਲ ਹੈ, ਉਹਨਾਂ ਨੇ ਪ੍ਰੂਵ ਕੀਤਾ ਕਿ ਜਿੰਨੀ ਪਾਲਿਸੀ ਬਣਾਈ ਗਈ ਦਿੱਲੀ 'ਚ ਉਹਦੇ ਵਿੱਚ ਜਿਹੜੇ ਬੈਨੀਫੀਸ਼ੀਅਰੀ ਸਨ ਉਹ ਲੋਕ ਸਨ ਜਿਨ੍ਹਾਂ ਕੋਲੋਂ ਇਹਨਾਂ ਨੇ ਕੋਈ ਨਾ ਕੋਈ ਐਡਵਾਂटेज लिया। सो केस सीबीआई को चला गया। सीबीआई को केस चलते आप दी गवर्नमेंट ने ਲੋਕਾਂ ਨੂੰ ਪਤਾ ਲੱਗ ਚੁੱਕਿਆ ਕਿ ਪੁਰਾਣੀਆਂ ਸਰਕਾਰਾਂ ਭ੍ਰਿਸ਼ਟਾਚਾਰ ਕਰਦੀਆਂ ਸੀ, ਰਿਸ਼ਵਤਖੋਰੀ ਕਰਦੀਆਂ ਸੀ, ਪੰਜਾਬ ਦੀ ਤਰੱਕੀ ਵੱਲ, ਪੰਜਾਬ ਨੂੰ ਜਿਹੜਾ ਅੱਗੇ ਲੈ ਕੇ ਜਾਣ ਵੱਲ ਕੋਈ ਵੀ ਕਦਮ ਨਹੀਂ ਪੁੱਟਦੀਆਂ ਸੀ। ਉਹ ਸਿਰਫ ਉਹਨਾਂ ਨਿੱਜੀ ਜਿਹੜੀ ਪ੍ਰਾਪਰਟੀਆਂ ਵਾਧੀਆਂ ਸੀ। ਇਸੇ ਗੱਲ ਕਰਕੇ ਅੱਜ ਜੇ ਤੁਸੀਂ ਆਪ ਹੀ ਦੱਸ ਰਹੇ ਹੋ ਕਿ ਟਰਾਂਸਪੋਰਟਰ ਜੇ ਕਾਂਗਰਸ ਪਾਰਟੀ ਦੇ ਖਿਲਾਫ ਧਰਨੇ ਲਈ ਆ ਰਹੇ ਨੇ ਤਾਂ ਇਹਦਾ ਮਤਲਬ ਕੀ ਹੈ ਕਿ ਲੋਕਾਂ ਨੂੰ ਸਮਝ ਆ ਗਈ ਕਿ ਪੁਰਾਣੇ ਸਮੇਂ ਦੇ ਵਿੱਚ ਟੈਂਡਰਾਂ ਦੇ ਵਿੱਚ ਘਪਲਾ ਹੋਇਆ ਸੀ ਔਰ ਨਿੱਜੀ ਲੋਕਾਂ ਆਪਦੇ ਖਾਸ ਬੰਦਿਆਂ ਨੂੰ ਟੈਂਡਰ ਦਿੱਤੇ ਗਏ ਸੀ। ਅੱਜ ਵਿਜੀਲੈਂਸ ਜਾਂ ਪੰਜਾਬ ਪੁਲਿਸ ਕਾਰਵਾਈ ਕਰ ਰਹੀ ਹੈ। ਕਿਉਂ ਡਰਨ ਦੀ ਲੋੜ ਆ? ਅਸੀਂ ਤਾਂ ਚਲਾਨ ਬੜੀ ਜਲਦੀ ਪੇਸ਼ ਕਰ ਰਹੇ ਹਾਂਗੇ। ਅਸੀਂ ਤਾਂ ਬੜੀ ਜਲਦੀ ਚਲਾਨ ਪੇਸ਼ ਕਰ ਰਹੇ ਹਾਂ। ਇਹ ਵੀ ਪਹਿਲੀ ਵਾਰ ਹੋਇਆਗਾ ਕਿ ਅਸੀਂ ਵਿਦਨ 3 ਮੰਥ ਦੇ ਵਿੱਚ ਚਲਾਨ ਪੇਸ਼ ਕਰਤੇ ਔਰ 6 ਮਹੀਨਿਆਂ 'ਚ ਟ੍ਰਾਇਲ ਹੋ ਜਾਊਗਾ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ। ਆਪਦਾ ਜਾ ਕੇ ਪੱਖ ਮਾਨਯੋਗ ਅਦਾਲਤਾਂ ਦੇ ਵਿੱਚ ਰੱਖਣ। ਅਦਾਲਤਾਂ ਵਿੱਚ ਇਹਨਾਂ ਨੂੰ ਫੇਰ ਮੌਕੇ ਮਿਲਣਗੇ। ਇਨਵੈਸਟੀਗੇਸ਼ਨ ਦੇ ਦੌਰਾਨ ਫੇਰ ਮੌਕੇ ਮਿਲਣਗੇ। ਇਨਵੈਸਟੀਗੇਸ਼ਨ ਆਫੀਸਰ ਜਿਹੜਾ ਹੈਗਾ ਉਹ ਜਾਂਚ ਕਰ ਰਿਹਾ ਹੁੰਦਾ, ਇਨਵੈਸਟੀਗੇਸ਼ਨ ਕਰ ਰਿਹਾ ਹੁੰਦਾ, ਉਹਦੇ ਕੋਲੇ ਸਬੂਤ ਹੁੰਦੇ ਨੇਗੇ। ਜਦ ਤੱਕ ਉਹ ਚਾਰਜ ਸ਼ੀਟ 'ਚ ਤਬਦੀਲ ਨਹੀਂ ਹੋ ਹੁੰਦੇ, ਜਦ ਤੱਕ ਉਹ ਚਾਰਜ ਸ਼ੀਟ ਜਿਹੜੀ ਆ ਕੋਰਟ 'ਚ ਪੇਸ਼ ਨਹੀਂ ਹੁੰਦੀ, ਉਦੋਂ ਤੱਕ ਉਹਦੇ ਟਿੱਪਣੀ ਕਰਨੀ, ਉਹਦਾ ਨਾਮ ਲੈਣਾ ਗਲਤ ਆ। ਸੋ ਇਸੇ ਗੱਲ ਕਰਕੇ ਉਹ ਜਿਹੜੇ ਵੀ ਦੋਸ਼ੀ ਨੇਗੇ ਉਹ ਬਿਲਕੁਲ ਉਹਨਾਂ ਦੇ ਨਾਮ ਚਾਰਜ ਸ਼ੀਟ 'ਚ ਆਉਣਗੇ। ਉਹਨਾਂ ਨੂੰ ਵਿਜੀਲੈਂਸ ਡਿਪਾਰਟਮੈਂਟ ਵੀ ਬੁਲਾਊਗਾ, ਉਹਨਾਂ ਦੇ ਖਿਲਾਫ ਕਾਰਵਾਈ ਹੋਊਗੀ। ਚਾਹੇ ਕੋਈ ਐਕਸ ਚੀਫ ਮਿਨਿਸਟਰ ਆ, ਚਾਹੇ ਕੋਈ ਐਕਸ ਮਿਨਿਸਟਰ ਆ, ਚਾਹੇ ਕੋਈ MLA ਆ, ਚਾਹੇ ਕੋਈ ਬਿਊਰੋਕਰੇਟ ਆ, ਕਿਉਂਕਿ ਇਸ ਸਮੇਂ ਬਹੁਤ ਲੰਬੇ ਅਰਸੇ ਬਾਅਦ ਪੰਜਾਬ ਵਿੱਚ ਕਾਨੂੰਨ ਚਲਾਉਣ ਵਾਲੀ ਜਿਹੜੀ ਸਰਕਾਰ ਆ, ਕਾਨੂੰਨ ਤੇ ਲਾਗੂ ਕਰਨ ਵਾਲੀ ਸਰਕਾਰ ਕੰਮ ਕਰ ਰਹੀ ਹੈ। ਪੰਜਾਬ ਦੇ ਵਿੱਚ ਦਰਅਸਲ ਕਰਪਸ਼ਨ ਤੇ ਤਕਰਾਰ ਦਿੱਲੀ ਦੀ ਐਕਸਾਈਜ਼ ਪਾਲਿਸੀ ਤੋਂ ਸ਼ੁਰੂ ਹੋਈ, ਜਿਸ 'ਚ ਦਿੱਲੀ ਦੇ ਡਿਪਟੀ CM ਮਨੀਸ਼ ਸਿਸੋਦੀਆ ਦਾ ਵੀ ਨਾਮ ਆ ਰਿਹਾ। ਮਨੀਸ਼ ਸਿਸੋਦੀਆ ਨੇ ਨਿਊਜ਼ 18 ਨਾਲ ਗੱਲਬਾਤ ਕਰਦੇ ਹੋਏ ਇਸ ਪੂਰੇ ਮਸਲੇ ਤੇ ਆਪਣਾ ਪੱਖ ਰੱਖਿਆ। ਉਹ ਗੱਲਬਾਤ ਤੁਹਾਨੂੰ ਸੁਣਾਉਂਦੇ ਹਾਂ। तो लुकआउट नोटिस जारी कर दिया सीबीआई ने, अब आगे क्या करेंगे? इस तरह से मतलब आप तो घर पे बैठे हुए हैं और इस तरह की तस्वीरें देखने को मिल रही है। फिलहाल जो 14 घंटे की पूछताछ हुई थी उसमें क्या कुछ निकल के बाहर आया, कैसी पूछताछ थी और लुकआउट नोटिस पे क्या? मेरे घर का कोना कोना इन्होंने तलाशा, कुछ नहीं निकला। एक पैसे के करप्शन का कहीं से कोई इनको संकेत सबूत कुछ नहीं मिला। अब 14 घंटे बाद पूरी रेड करने के बाद कहते हैं जी लुकआउट नोटिस जारी कर रहे हैं। कर ले, लेकिन ये दुर्भाग्यपूर्ण है कि जब कोई काम करने की कोशिश करता है, 75 साल से यही कर रहे हैं देश में लोग, जब कोई काम करने की कोशिश करता है, एजुकेशन पे काम करता है, स्वास्थ्य पे काम करता है, रोजगार पे काम करता है, महंगाई पे काम करता है, इसी तरह से रोकने की कोशिश कर रहे हैं। आज फिर वही हो रहा है। इससे देश नंबर 1 नहीं बनेगा, इससे देश आगे नहीं बढ़ेगा। इसीलिए हमारे देश की तरक्की हुई कि जब किसी ने काम किया इन्होंने ED CBI सब से रोकने की कोशिश की। आज फिर यही हो रहा है। मनीष जी, जिस तरह से देख रहे हैं कि कल भी हमने कई प्रेस कॉन्फ्रेंस देखी बीजेपी की, जिसमें आरोपी नंबर 1 तमाम सारी बातें जो कही जा रही हैं, लेकिन जिस तरह से नई एक्साइज पॉलिसी को आप लोगों ने वापस लिया, वो कह रहे हैं अगर इतनी अच्छी पॉलिसी थी तो वापस लेने की जरूरत क्यों पड़ गई? और 144 जो करोड़ बताया जा रहा है कि शराब माफियाओं को फायदा पहुंचा दिया आम आदमी पार्टी की सरकार ने। आप कई सारे मुद्दे उठा रही हैं। आरोपी नंबर 1 बनाना इनके सपने हैं, ये अपने सपने पूरे कर लें। इन्होंने कर लिया। मनीष सिसोदिया आरोपी नंबर 1। अरविंद केजरीवाल जी का सपना है देश नंबर 1, वो अरविंद केजरीवाल जी पूरा करेंगे, वो इनसे नहीं हो सकता।
मोदी जी 24 घंटे अब यही सोचते हैं सरकार गिराने के लिए ईडी का इस्तेमाल कहाँ करूँ। मोदी जी सोचते हैं 24 घंटे उनके दिमाग में चलता है सरकार गिराने के लिए सीबीआई का इस्तेमाल कहाँ करूँ, लुकआउट कहाँ दूँ, किस पे क्या आरोप लगाऊँ, किसको कैसे डराऊँ। 24 घंटे उनके दिमाग में यही चलता है। इधर केजरीवाल जी के दिमाग में चलता है देश को नंबर 1 कैसे बनाए। तो मोदी जी का नतीजा ये है कि उन्होंने मुझको FIR नंबर 1 बना दिया, FIR में नंबर 1 बना दिया। अरविंद केजरीवाल जी की सोच का नतीजा निकलेगा कि एक दिन देश नंबर 1 बनेगा। ये घोटाले जितने, इनका इसमें कोई इंटरेस्ट है नहीं। 144 करोड़, 1000 करोड़, 8000 करोड़, सब तरह की बात कर रहे हैं लोग। FIR में लिख रहे हैं एक कंपनी ने दूसरी कंपनी को 1 करोड़ रुपए दिया, इसलिए बैंक में दिया है, वो भी उसने, जो इन्होंने, इनका ही दावा है कि बैंक में दिया है, वो मनीष सिसोदिया का घोटाला है। मनीष सिसोदिया ने कैसे घोटाला कर लिया, कर लो जांच, आप सारी जांच कर लो, लेकिन इस सत्य को नहीं झुटला सकते आप कि आज आप अरविंद केजरीवाल से डरे हुए हैं। आज आप इस बात से डरे हुए हैं कि अरविंद केजरीवाल के काम को कैसे रोका जाए। आपकी पूरी कोशिश भ्रष्टाचार रोकने की नहीं है। अगर भ्रष्टाचार रोकने की होती तो आप रोकते ना कि प्रधानमंत्री ने जिस सड़क का उद्घाटन किया उसमें अगले 5 दिन के अंदर अंदर धस कैसे गई हजारों करोड़ की सड़क। आपका भ्रष्टाचार रोकना मकसद होता तो आप रोकते ना कि गुजरात में जहां हुज ट्रेजेडी से लोग मर रहे हैं, हजारों करोड़ रुपए की शराब बिक रही है, 10,000 करोड़ का साल भर में घोटाला हो रहा है हर साल, उस पर भी कर लो CPI। नहीं करोगे क्योंकि आपका इरादा ही भ्रष्टाचार रोकना नहीं है, आपका इरादा अरविंद केजरीवाल को रोकने का है। आपके एक मंत्री जेल में है और जिस तरह से आपने कल प्रेस कॉन्फ्रेंस में कहा कि 2 से 3 दिन में आपकी भी गिरफ्तारी हो जाएगी, तो आप तस्वीरें किस तरह से देख रहे हैं? तस्वीर इसी रूप में देख रहे हैं कि इनकी पूरी कोशिश ये है कि भाई इनको रोका कैसे जाए। उसको अरविंद केजरीवाल को रोकने के लिए उनके स्वास्थ्य मंत्री को कैसे जेल में डाला जाए, उनके शिक्षा मंत्री को कैसे जेल में डाला जाए। शिक्षा स्वास्थ्य का काम बड़ा तारीफ होती है, तो वो अपना करते रहे, हम अपना काम करते रहे। हमारा काम है शिक्षा स्वास्थ्य पे काम करना, हम वो करते रहेंगे। इनका काम है शिक्षा स्वास्थ्य के काम रोकना, वो करते रहेंगे। भगवान सच्चाई का साथ देता है। जिस तरह से आप लोग कह रहे हैं कि लोकप्रियता से जो हैं वो डर रहे हैं भाजपाई, लेकिन दूसरी तरफ जिस तरह से ये लोग कह रहे हैं कि आप 2022 में जो आप लोगों ने भ्रष्टाचार किया, ऐसे आरोप जो लगाए जा रहे हैं उस पर बात ना करके 2024 जो अभी फिलहाल थोड़ी दूर है उस पर ज्यादा जिक्र कर रहे हैं कि मोदी वर्सेस केजरीवाल। हमें इसीलिए तो इनकी नीयत पे शक है। हमने जब कहा कि भाई भ्रष्टाचार पे ही बात करनी है तो आ जाओ ना, करते हैं भ्रष्टाचार पे बात। ऐसा कैसे हो गया कि हजारों करोड़ में आप एक सड़क बनाते हो और प्रधानमंत्री जी से उद्घाटन कराते हो और वो 5 दिन बाद धस भी गई और आप उस पर कहते ही नहीं हो कि इस पे भी CBI जांच होनी चाहिए। आपका अगर भ्रष्टाचार पे बात करनी है तो करो ना। आप ऐसा कैसे हो गया कि आप कह रहे हो 27 साल से गुजरात में शराब नहीं बिकने देते हम, और उस गुजरात में सरकार में शराब भी बिक रही है और वहां लोग भी मर रहे हैं और 10,000 करोड़ की शराब चोरी हो रही है, एक्साइज रेवेन्यू चोरी हो रहा है। आपको लगता ही नहीं वहां घोटाला हो रहा है? आपको लगता है कि यहां शिक्षा का काम हो रहा है, यहीं घोटाला बताओ, यहां स्वास्थ्य का काम हो रहा है, यहीं घोटाला बताओ, यहीं अरविंद केजरीवाल बढ़ता जा रहा है, इसको रोकने के लिए घोटाला। तो इसलिए नीयत पे सवाल है। ਤੇ ਅਰਵਿੰਦ ਕੇਜਰੀਵਾਲ ਦੇ ਘਰ ਅੱਜ ਇੱਕ ਮੀਟਿੰਗ ਹੋਈ ਹੈ ਔਰ ਪੰਜਾਬ ਲਈ ਪਲੈਨਿੰਗ ਕੀਤੀ ਗਈ ਹੈ। ਕੇਜਰੀਵਾਲ ਦੀ ਮੁੱਖ ਮੰਤਰੀ ਮਾਨ ਦੇ ਨਾਲ ਅੱਜ ਮੀਟਿੰਗ ਹੋਈ ਔਰ ਕਰੀਬ 3 ਘੰਟਿਆਂ ਤੱਕ ਇਹ ਮੀਟਿੰਗ ਚੱਲੀ, ਜਿਸ 'ਚ ਸਿੱਖਿਆ ਮੰਤਰੀ ਹਰਜੋਤ ਬੈਂਸ ਤੇ ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਵੀ ਮੌਜੂਦ ਰਹੇ। ਹਾਲਾਂਕਿ ਇਸ ਮੀਟਿੰਗ ਦੇ ਪੁਆਇੰਟਰਸ ਕੀ ਨੇ, ਕੀ ਇਸ ਮੀਟਿੰਗ ਦੇ ਵਿੱਚ ਗੱਲਬਾਤ ਹੋਈ ਹੈ, ਉਸ ਬਾਬਤ ਕਿਸੇ ਨੇ ਖੁਲਾਸਾ ਨਹੀਂ ਕੀਤਾ, ਪਰ ਇੰਨਾ ਜ਼ਰੂਰ ਪਤਾ ਚੱਲਿਆ ਕਿ ਪੰਜਾਬ ਦੇ ਬਾਬਤ ਅਗਲੇ ਦਿਨਾਂ ਦੇ ਵਿੱਚ ਕੀ ਵੱਡੇ ਫੈਸਲੇ ਲਏ ਜਾਣੇ ਨੇ, ਖਾਸ ਕਰਕੇ ਸਿੱਖਿਆ ਤੇ ਸਿਹਤ ਦੇ ਖੇਤਰ ਦੇ ਵਿੱਚ। ਉਸ ਨੂੰ ਲੈ ਕੇ ਅੱਜ ਇਹ ਲੰਬੀ ਮੀਟਿੰਗ ਚੱਲੀ ਹੈ। बहुत अच्छी ਕਿਹੜੇ ਮੁੱਦੇ ਸੀਗੇ ਸਰ? ਸਾਹਿਬ ਕੀ ਕੁਝ ਗੱਲਬਾਤ ਹੋਈ ਹੈ ਸਰ? ਪਾਰਟੀ ਦੇ ਸੁਪਰੀਮੋ ਨਾਲ ਬਹੁਤ ਅੱਛੀ ਕਿਹੜੇ ਮੁੱਦੇ ਸੀਗੇ ਸਰ? ਸਾਹਿਬ ਕੀ ਕੁਝ ਗੱਲਬਾਤ ਹੋਈ ਹੈ ਸਰ? ਪਾਰਟੀ ਦੇ ਸੁਪਰੀਮੋ ਨਾਲ ਬਹੁਤ ਅੱਛੀ ਕਿਹੜੇ ਮੁੱਦੇ ਸੀਗੇ ਸਰ? ਤੇ ਮਾਨ ਸਰਕਾਰ ਨੇ SC ਭਾਈਚਾਰੇ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ। ਲਾਅ ਅਫਸਰਾਂ ਦੀ ਨਿਯੁਕਤੀ ਲਈ ਰਾਖਵਾਂ ਕਰਨ ਦਾ ਐਲਾਨ ਕਰ ਦਿੱਤਾ ਗਿਆ। SC ਭਾਈਚਾਰੇ ਲਈ 58 ਪੋਸਟਾਂ ਰਾਖਵੀਆਂ ਰੱਖੀਆਂ ਗਈਆਂ ਨੇ। CM ਮਾਨ ਨੇ ਖੁਦ ਦਾਅਵਾ ਕੀਤਾ ਕਿ ਰਾਖਵਾਂਕਰਨ ਲਾਗੂ ਕਰਨ ਵਾਲਾ AG ਦਫ਼ਤਰ ਦੇ ਵਿੱਚ ਰਾਖਵਾਂਕਰਨ ਲਾਗੂ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਬਣ ਗਿਆ। ਮੁੱਖ ਮੰਤਰੀ ਮਾਨ ਨੇ SC ਭਾਈਚਾਰੇ ਲਈ ਵੱਡਾ ਐਲਾਨ ਕੀਤਾ ਹੈ। ਸਰਕਾਰ ਨੇ AG ਦਫ਼ਤਰ 'ਚ SC ਭਾਈਚਾਰੇ ਨੂੰ ਰਾਖਵਾਂਕਰਨ ਦੇਣ ਦਾ ਫੈਸਲਾ ਲਿਆ ਹੈ। ਲਾਅ ਅਫਸਰਾਂ ਦੀ ਨਿਯੁਕਤੀ ਦੇ ਲਈ 58 ਪੋਸਟਾਂ ਰਾਖਵੀਆਂ ਰੱਖੀਆਂ ਗਈਆਂ ਨੇ। CM ਮਾਨ ਨੇ ਦਾਅਵਾ ਕੀਤਾ ਹੈ ਕਿ ਰਾਖਵਾਂਕਰਨ ਲਾਗੂ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਬਣ ਗਿਆ ਹੈ। ਅਸੀਂ ਬਾਬਾ ਸਾਹਿਬ ਦੇ ਦੱਸੇ ਰਾਹ ਤੇ ਚੱਲ ਰਹੇ ਹਾਂ। ਜ਼ਿਕਰਯੋਗ ਹੈ ਕਿ 58 ਪੋਸਟਾਂ ਦੇ ਵਿੱਚੋਂ ਐਡੀਸ਼ਨਲ ਐਡਵੋਕੇਟ ਜਨਰਲ ਦੇ ਲਈ 12 ਪੋਸਟਾਂ, ਸੀਨੀਅਰ ਡਿਪਟੀ ਐਡਵੋਕੇਟ ਜਨਰਲ 5 ਤੇ ਡਿਪਟੀ ਐਡਵੋਕੇਟ ਜਨਰਲ ਅਹੁਦੇ ਦੇ ਲਈ 16 ਪੋਸਟਾਂ ਰਾਖਵੀਆਂ ਰੱਖੀਆਂ ਗਈਆਂ ਨੇ। ਇਸ ਤੋਂ ਇਲਾਵਾ ਅਸਿਸਟੈਂਟ ਐਡਵੋਕੇਟ ਜਨਰਲ ਦੇ ਲਈ 23 ਤੇ ਵਕੀਲ ਦੀਆਂ 2 ਪੋਸਟਾਂ SC ਭਾਈਚਾਰੇ ਲਈ ਰਾਖਵੀਆਂ ਰੱਖੀਆਂ ਨੇ। SC ਭਾਈਚਾਰੇ ਦੇ ਵਕੀਲਾਂ ਨੂੰ
ਅਸੀਂ ਲਾਅ ਅਫਸਰ ਦੇ ਤੌਰ ਤੇ ਰੱਖ ਸਕਦੇ ਹਾਂ। ਤਾਂ ਮੈਂ ਤੁਹਾਨੂੰ ਅੱਜ ਖੁਸ਼ਖਬਰੀ ਦੇ ਰਿਹਾ ਕਿ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜਿਹੜੀ ਲਾਅ ਅਫਸਰ ਦੀਆਂ ਪੋਸਟਾਂ ਨੇ ਜਿੰਨੀਆਂ, ਉਹਨਾਂ ਤੋਂ ਬਿਨਾਂ 58 ਪੋਸਟਾਂ ਹੋਰ ਜਿਹੜੀਆਂ ਕ੍ਰੀਏਟ ਕੀਤੀਆਂ ਜਾਣਗੀਆਂ ਲਾਅ ਅਫਸਰਾਂ ਦੀਆਂ, ਜਿਹੜੀਆਂ ਐਸਸੀ ਭਾਈਚਾਰੇ ਲਈ ਰਿਜ਼ਰਵ ਹੋਣਗੀਆਂ। ਇਸੇ ਮੁੱਦੇ ਤੇ ਮਾਨ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਨੇ ਵੱਡੀ ਪ੍ਰੈਸ ਕਾਨਫਰੰਸ ਵੀ ਕੀਤੀ। ਇਸ ਦੌਰਾਨ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਵੱਡਾ ਇਤਿਹਾਸਕ ਫੈਸਲਾ ਲਿਆ ਗਿਆ ਹੈ। ਸਰਕਾਰ ਨੇ ਬਾਬਾ ਸਾਹਿਬ ਦਾ ਸੁਪਨਾ ਪੂਰਾ ਕੀਤਾ ਹੈ। ਜਦੋਂ ਏਜੀ ਦੇ ਆਫਿਸ ਦੇ ਵਿੱਚ, ਐਡਵੋਕੇਟ ਜਨਰਲ ਦੇ ਆਫਿਸ ਦੇ ਵਿੱਚ ਕਦੇ ਵੀ ਰਿਜ਼ਰਵੇਸ਼ਨ ਨਹੀਂ ਰੱਖੀ ਹੈਗੀ। ਇੱਕ ਇਤਿਹਾਸਕ ਫੈਸਲਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤਾ ਗਾ। ਅੱਜ ਅਸੀਂ ਜਿੱਥੇ ਐਡਵੋਕੇਟ ਆਫਿਸ ਦੇ ਵਿੱਚ ਰਿਜ਼ਰਵੇਸ਼ਨ ਅਨਾਉਂਸ ਕੀਤੀ ਆ, 58 ਪੋਸਟਾਂ, ਪਹਿਲੀ ਵਾਰ ਹੋਇਆ ਹੈ ਕਿ 58 ਪੋਸਟਾਂ ਰਿਜ਼ਰਵ ਕੀਤੀਆਂ ਗਈਆਂ ਨੇ, ਜਿਨ੍ਹਾਂ ਵਿੱਚ ਐਡੀਸ਼ਨਲ ਐਡਵੋਕੇਟ ਜਨਰਲ ਦੀਆਂ 12 ਪੋਸਟਾਂ, ਡਿਪਟੀ ਐਡਵੋਕੇਟ ਜਨਰਲ ਦੀਆਂ 16 ਪੋਸਟਾਂ, ਸੀਨੀਅਰ ਡਿਪਟੀ ਐਡਵੋਕੇਟ ਜਨਰਲ ਦੀਆਂ 5 ਪੋਸਟਾਂ, ਡਬਲ ਏਜੀ ਦੀਆਂ 23 ਪੋਸਟਾਂ ਤੇ ਐਡਵੋਕੇਟ ਦੀਆਂ 2 ਪੋਸਟਾਂ ਇਹ ਅਸੀਂ ਰਿਜ਼ਰਵ ਕੀਤੀਆਂ ਨੇਗੀਆਂ। ਜ਼ਿਕਰਯੋਗ ਹੈ ਕਿ ਐਸਸੀ ਭਾਈਚਾਰੇ ਵੱਲੋਂ ਲਗਾਤਾਰ ਰਾਖਵਾਂਕਰਨ ਦੀ ਮੰਗ ਕੀਤੀ ਜਾ ਰਹੀ ਸੀ ਤੇ ਆਖਰ ਹੁਣ ਇਹ ਰਸਤਾ ਸਾਫ਼ ਹੋ ਗਿਆ ਹੈ। ਸਰਕਾਰ ਨੇ 58 ਪੋਸਟਾਂ ਰਿਜ਼ਰਵ ਰੱਖਣ ਦਾ ਐਲਾਨ ਕਰ ਦਿੱਤਾ ਹੈ। ਚੰਡੀਗੜ੍ਹ ਤੋਂ ਅਮਨ ਭਾਰਦਵਾਜ, ਨਿਊਜ਼ 18 ਪੰਜਾਬ। ਤੇ ਉਧਰ ਏਜੀ ਦਫ਼ਤਰ 'ਚ ਲਾਅ ਅਫਸਰਾਂ ਦੀਆਂ ਪੋਸਟਾਂ ਰਾਖਵੀਆਂ ਕਰਨ ਤੇ ਭਾਜਪਾ ਅਤੇ ਬਹੁਜਨ ਸਮਾਜ ਪਾਰਟੀ ਨੇ ਖੁਸ਼ੀ ਜ਼ਾਹਿਰ ਕੀਤੀ ਹੈ। ਉਹਨਾਂ ਕਿਹਾ ਕਿ ਕਾਫੀ ਅਰਸੇ ਬਾਅਦ ਉਹਨਾਂ ਦੀ ਇਹ ਮੰਗ पूरी हुई है। हूं कि ये बाबा साहब अंबेडकर की कौम की जीत है और मैं धन्यवाद देना चाहता हूं सरदार भगवंत सिंह मुख्यमंत्री पंजाब को कि जिन्होंने हमारी मांग को माना है और एडवोकेट जनरल के ऑफिस में अब सभी पोस्टें रिजर्वेशन के लिए वो लागू कर दी गई है। 22 तारीख को ये पोस्टें भरने के लिए एप्लीकेशन मांगी गई है, जिसमें से जो एडिशनल एडवोकेट जनरल है उनकी 10 पोस्टें हैं। 5 मजबी सिंह वाल्मीकियों के लिए, 5 अदर के लिए, सीनियर एडवोकेट जनरल के लिए 5 पोस्टें हैं, 3 मजबी सिंह वाल्मीकियों के लिए, 2 अदर के लिए, डिप्टी एडवोकेट जनरल के लिए 14 पोस्टें हैं, 7 मजबी सिंह वाल्मीकियों के लिए, 7 अदर के लिए, असिस्टेंट एडवोकेट जनरल के लिए 22 पोस्टें हैं, जिसके लिए 11 मजबी सिंह वाल्मीकियों के लिए, 11 अदर के लिए। मैं समझता हूं कि ये मंडे को जो शुरू हो रही है एडवर्टाइजमेंट भरने की, मैं तमाम लोगों से बेनती करता हूं कि वो फौरी तौर पे। ਆਮ ਆਦਮੀ ਪਾਰਟੀ ਨੇ ਕੱਲ ਲਾਅ ਅਫਸਰਾਂ ਦੀਆਂ ਪੋਸਟਾਂ ਦੇ ਵਿੱਚ 58 ਪੋਸਟਾਂ ਸੂਚਿਤ ਜਾਤੀਆਂ ਦੇ ਰਾਖਵੇਂਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਆਮ ਆਦਮੀ ਪਾਰਟੀ ਦਾ ਬਹੁਜਨ ਸਮਾਜ ਪਾਰਟੀ ਇਸ ਫੈਸਲੇ ਦਾ ਸਵਾਗਤ ਕਰਦੀ ਹੈ, ਲੇਕਿਨ ਆਮ ਆਦਮੀ ਪਾਰਟੀ ਨੇ ਕਾਲੀਬਾਜੀ ਦੇ ਵਿੱਚ ਔਰ ਪੰਜਾਬ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੇ ਅੰਦੋਲਨ ਦੇ ਦਬਾਅ ਅੱਗੇ ਝੁੱਕ ਕੇ ਬਹੁਤ ਵੱਡਾ ਇੱਕ ਕਮੀ ਰੱਖੀ ਹੈ। ਇਸ ਫੈਸਲੇ ਦੇ ਵਿੱਚ ਪੰਜਾਬ ਦੀਆਂ OBC ਸ਼੍ਰੇਣੀਆਂ, ਪਛੜੀਆਂ ਸ਼੍ਰੇਣੀਆਂ, ਉਹਨਾਂ ਦੀ 27% ਮੰਡਲ ਕਮਿਸ਼ਨ ਰਿਪੋਰਟ ਰਾਖਵਾਂਕਰਨ ਦੀ ਗੱਲ ਕਰਦਾ ਆ। ਲਾਅ ਅਫਸਰਾਂ ਦੀਆਂ ਪੋਸਟਾਂ ਦੇ ਵਿੱਚ ਇੱਕ ਵੀ ਪੋਸਟ ਜਿਹੜੀ ਆ ਉਹ OBC ਜਮਾਤਾਂ ਲਈ ਨਹੀਂ ਰੱਖੀ ਗਈ। ਕਿਰਪਾ ਕਰਕੇ ਇਹਨੂੰ ਵੀ ਦੂਰ ਕੀਤਾ ਜਾਵੇ। ਅਸੀਂ ਫਿਰ ਅਪੀਲ ਕਰਦੇ ਹਾਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ, ਕਿਰਪਾ ਕਰਕੇ OBC ਸ਼੍ਰੇਣੀਆਂ ਦਾ ਜਿਹੜਾ ਹੱਕ ਹੈ ਲਾਅ ਅਫਸਰਾਂ ਦੀਆਂ ਪੋਸਟਾਂ ਦੇ ਵਿੱਚ, ਮੁਹੱਲਾ ਕਲੀਨਿਕਾਂ ਦੀਆਂ ਪੋਸਟਾਂ ਦੇ ਵਿੱਚ, ਉਹਨਾਂ ਨੂੰ ਤੁਰੰਤ ਜਿਹੜਾ ਲਾਗੂ ਕੀਤਾ। ਚੰਡੀਗੜ੍ਹ ਤੇ ਮੋਹਾਲੀ ਦੇ ਵਿੱਚ ਅੱਤਵਾਦੀ ਹਮਲੇ ਦਾ ਸ਼ੱਕ ਜਤਾਇਆ ਗਿਆ ਹੈ। ਕੇਂਦਰੀ ਖੁਫੀਆ ਏਜੰਸੀਆਂ ਨੇ ਇਸ ਨੂੰ ਲੈ ਕੇ ਬਕਾਇਦਾ ਅਲਰਟ ਜਾਰੀ ਕੀਤਾ ਹੈ। ਪੰਜਾਬ 'ਚ ਅੱਤਵਾਦੀ ਹਮਲੇ ਦਾ ਅਲਰਟ। ਕੇਂਦਰੀ ਖੁਫੀਆ ਏਜੰਸੀਆਂ ਨੇ ਜਾਰੀ ਕੀਤਾ ਅਲਰਟ। ਚੰਡੀਗੜ੍ਹ ਮੋਹਾਲੀ 'ਚ ਅੱਤਵਾਦੀ ਹਮਲੇ ਦੀ ਸਾਜ਼ਿਸ਼। ਬੱਸ ਸਟੈਂਡ ਨੂੰ ਦਹਿਸ਼ਤਗਰਦ ਬਣਾ ਸਕਦੇ ਨੇ ਨਿਸ਼ਾਨਾ। ਪੰਜਾਬ 'ਚ ਅੱਤਵਾਦੀ ਹਮਲੇ ਦਾ ਅਲਰਟ ਜਾਰੀ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਚੰਡੀਗੜ੍ਹ ਤੇ ਮੋਹਾਲੀ 'ਚ ਅੱਤਵਾਦੀ ਸਾਜ਼ਿਸ਼ ਦਾ ਸ਼ੱਕ ਜਤਾਇਆ ਗਿਆ ਹੈ, ਜਿਸ ਨੂੰ ਲੈ ਕੇ ਕੇਂਦਰੀ ਏਜੰਸੀਆਂ ਨੇ ਅਲਰਟ ਜਾਰੀ ਕਰ ਦਿੱਤਾ ਹੈ। ਖੁਫੀਆ ਏਜੰਸੀ ਦੇ ਅਲਰਟ ਤੋਂ ਬਾਅਦ ਹੁਣ ਚੰਡੀਗੜ੍ਹ ਦੇ ਨਾਲ-ਨਾਲ ਮੋਹਾਲੀ 'ਚ ਵੀ ਜਿਹੜਾ ਅਲਰਟ ਹੈ ਉਹ ਜਾਰੀ ਕੀਤਾ ਗਿਆ ਹੈ। ਬੱਸ ਸਟੈਂਡ, ਖਾਸ ਕਰ ਜਿਹੜੇ ਬੱਸ ਸਟੈਂਡ
ਏਰੀਆ ਨੇ ਭੀੜ-ਭਾੜ ਜਿਹੜੀ ਹੈਗੀ ਉੱਥੇ ਹੁਣ ਚੈਕਿੰਗ ਕਰਦੀ ਨਜ਼ਰ ਆ ਰਹੀ ਹੈ। ਚੰਡੀਗੜ੍ਹ ਦੇ ਬੱਸ ਸਟੈਂਡ ਦੀ ਇਹ ਤਸਵੀਰਾਂ ਨੇ ਜਿੱਥੇ ਇਹ ਪੁਲਿਸ ਜਿਹੜੀ ਹੈ ਦੇ ਨਾਲ ਕੁਇਕ ਰਿਐਕਸ਼ਨ ਟੀਮ ਜਿਹੜੀ ਹੈ CRPF ਹੈ ਉਹ ਚੈਕਿੰਗ ਕਰਦੀ ਨਜ਼ਰ ਆ ਰਹੀ ਹੈ। ਤਸਵੀਰਾਂ ਤੁਸੀਂ ਵੇਖ ਸਕਦੇ ਹੋ ਚੰਡੀਗੜ੍ਹ ਦੇ ਸੈਕਟਰ 43 ਬੱਸ ਸਟੈਂਡ ਦੀ ਇਹ ਤਸਵੀਰਾਂ ਨੇ ਜਿੱਥੇ ਪੁਲਿਸ ਦੀ ਜਿਹੜੀ ਟੀਮ ਹੈ ਉਹ ਚੈਕਿੰਗ ਕਰਦੀ ਨਜ਼ਰ ਆ ਰਹੀ ਹੈ ਕਿਉਂਕਿ ਜਿਹੜੀ ਖੁਫੀਆ ਏਜੰਸੀ ਵੱਲੋਂ ਅਲਰਟ ਜਾਰੀ ਕੀਤਾ ਗਿਆ ਕਿ ਕਿਸੇ ਵੱਡੇ ਆਤੰਕੀ ਸਾਜ਼ਿਸ਼ ਨੂੰ ਅੰਜਾਮ ਜਿਹੜੀ ਦੇਣ ਦੀ ਫਿਰਾਕ 'ਚ ਨੇ। ਇਸ ਕਰਕੇ ਜਿਹੜੇ ਵੀ ਮੋਹਾਲੀ ਜ਼ਿਲ੍ਹੇ ਦੇ ਜਿਹੜੇ ਬੱਸ ਸਟੈਂਡਸ ਨੇ ਭੀੜ-ਭਾੜ ਵਾਲੀ ਜਿਹੜੀ ਏਰੀਆ ਨੇ ਉੱਥੇ ਇਹ ਸਾਰੀ ਚੈਕਿੰਗ ਜਿਹੜੀ ਉਹ ਕੀਤੀ ਜਾ ਰਹੀ ਹੈ। ਅਲਰਟ ਜਾਰੀ ਹੁੰਦਿਆਂ ਹੀ ਸੁਰੱਖਿਆ ਏਜੰਸੀਆਂ ਹਰਕਤ 'ਚ ਆ ਗਈਆਂ ਨੇ ਤੇ ਬੱਸ ਸਟੈਂਡ ਭੀੜ-ਭਾੜ ਵਾਲੇ ਇਲਾਕਿਆਂ 'ਚ ਚੈਕਿੰਗ ਸ਼ੁਰੂ ਹੋ ਗਈ ਹੈ। ਅਸੀਂ ਚੈਕਿੰਗ ਕਰ ਰਹੇ ਜਿਹੜੇ ਕੋਈ ਸਾਨੂੰ ਸ਼ੱਕੀ ਨਜ਼ਰ ਆਉਂਦੇ ਆ ਜਾਂ ਜਿੰਨਾ ਕੋਈ ਸਮਾਨ ਆ ਉਹਦਾ ਸਮਾਨ ਚੈੱਕ ਕਰਦੇ ਆ ਕਿ ਕੋਈ ਉਹਨਾਂ ਕੋਈ ਇਹੋ ਜੀ ਚੀਜ਼ ਨਾ ਹੋਏ ਜਿਹਦੇ ਨਾਲ ਕੋਈ ਬਲਾਸਟ ਵਗੈਰਾ ਕਰ ਲੈਣ ਬਿਲਕੁਲ ਜਾਂ ਕਿਸੇ ਨੂੰ ਕੋਈ ਤੰਗ ਬਤਰ ਕਰਨ ਇਹ ਚੈਕਿੰਗ ਚੱਲ ਰਹੀ ਸਾਡੀ। ਸਰ ਕਾਫੀ ਸੈਂਸਿਟਿਵ ਪਲੇਸ ਹੈ ਪੰਜਾਬ ਦੀ ਜੰਮੂ ਕਸ਼ਮੀਰ ਦੀ ਮੋਸਟਲੀ ਬੱਸਿਸ ਜਿਹੜੇ ਪੈਸੇਂਜਰ ਇੱਥੇ ਆਉਂਦੇ ਆ। ਹਾਂ ਬਿਲਕੁਲ ਇੱਥੇ ਤਕਰੀਬਨ ਪੰਜਾਬ ਹਿਮਾਚਲ ਸਾਰੇ 4 ਸਵੇਰੇ ਬੱਸਾਂ ਜਾਂਦੀਆਂ ਨੇ ਇਸ ਕਰਕੇ ਸਾਨੂੰ ਚੈੱਕ ਕਰਨੀ ਪੈਂਦੀ ਵੀ ਕਿਤੇ ਕਰਾਊਡਡ ਏਰੀਆ ਹੈ ਕਿ ਕੋਈ ਵੀ ਕੋਈ ਗਲਤ ਅਨਸਰ ਆਣ ਕੇ ਕੋਈ ਇੱਥੇ ਕੋਈ ਵਾਰਦਾਤ ਨਾ ਕਰ ਸਕੇ। ਬਿਲਕੁਲ ਤੇ ਸਰ ਇਹ ਕਿਸ ਤਰ੍ਹਾਂ ਰੈਂਡਮ ਕਰ ਰਹੇ ਹੋ ਇਹ ਕਿਸ ਤਰ੍ਹਾਂ 24/7 ਹੀ ਚੱਲ ਰਹੀ ਹੈ? ਹਾਂ 24/7 ਚੱਲ ਰਹੀ ਹੈ। ਤੁਹਾਡੀ ਟੀਮ ਇੱਥੇ ਹੀ ਹੈ? ਸਾਡੀ ਟੀਮ ਇੱਥੇ ਹੈ ਕੰਟੀਨਿਊ ਇੱਥੇ 24 ਆਵਰ ਇੱਥੇ ਹੈ ਬਸ। ਜ਼ਿਕਰਯੋਗ ਹੈ ਕਿ 24 ਤਾਰੀਖ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੋਹਾਲੀ ਜ਼ਿਲ੍ਹੇ 'ਚ ਆ ਰਹੇ ਨੇ ਤੇ ਉਸ ਤੋਂ ਪਹਿਲਾਂ ਇਹ ਅਲਰਟ ਜਾਰੀ ਹੋਇਆ ਹੈ ਤੇ ਸੁਰੱਖਿਆ ਏਜੰਸੀਆਂ ਹੁਣ ਹਰ ਸ਼ਖਸ ਤੇ ਨਜ਼ਰ ਰੱਖ ਰਹੀਆਂ ਨੇ ਤਾਂ ਕਿ ਕਿਸੇ ਵੀ ਕਿਸਮ ਦੀ ਅਣਸੁਖਾਵੀ घटना ना वापरे। ये कोई भी चीज़ है जैसे अब हमारे प्रधानमंत्री जी आ रहे हैं ये उस बेस पे भी यार वैसे भी बस स्टैंड पे आज पेपर ड्यूटी भी है बहुत है शाम को भीड़ होगी और मेन चीज़ है बसों का कोई आना जाना है और हर एक लोग अगवा कर रहे हैं हम जाकर के भी अपने सामान का जो है ध्यान रखना है। कोई भी चीज़ ऐसे नहीं है भी सामान छोड़ करके इधर उधर चले जाए हम मिनट पे कोई ना कोई ले जाएगा फिर सर अलर्ट भी जारी कर रहे हैं। बिल्कुल जी अलर्ट भी जारी कर रहे हैं और हमारा यहाँ डिस्ट्रिक्ट कोर्ट है उसके भी हम पूरी चेकिंग करेंगे और दूसरा सामने होटल है वो भी अपनी पूरी चेकिंग कौन वगैरह से रह रहे हैं। बिल्कुल जी सारे आया बसों का जो चीज़ बस के अंदर और जो हर एक पब्लिक को अलर्ट कर रहे हैं भी अपने CCTV वगैरह यहाँ पे वर्किंग है सारे? बिल्कुल वर्किंग 195 कैमरे लगे हैं पूरे बस स्टैंड के अंदर बढ़िया कर रहे हैं जी। ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਅੰਮ੍ਰਿਤਸਰ IED ਮਾਮਲੇ 'ਚ ਮਹਾਰਾਸ਼ਟਰ ਤੋਂ ਗ੍ਰਿਫਤਾਰ ਹੋਏ ਰਾਜਿੰਦਰ ਨਾਂ ਦੇ ਸ਼ਖਸ ਤੋਂ ਪੁੱਛਗਿੱਛ 'ਚ ਖੁਲਾਸਾ ਹੋਇਆ ਕਿ ਪੰਜਾਬ ਦੇ ਬੱਸ ਸਟੈਂਡ ਦਹਿਸ਼ਤਗਰਦਾਂ ਦੇ ਨਿਸ਼ਾਨੇ ਤੇ ਨੇ ਤੇ ਹੁਣ ਇਸ ਦੇ ਚੱਲਦੇ ਸੁਰੱਖਿਆ ਵਧਾਈ ਗਈ ਹੈ ਤੇ ਹਰ ਸ਼ਖਸ ਤੇ ਨਜ਼ਰ ਰੱਖੀ ਜਾ ਰਹੀ ਹੈ। ਤੇ ਖਬਰ ਲੁਧਿਆਣਾ ਤੋਂ ਜਿੱਥੇ 8 ਸਾਲ ਦੇ ਮਾਸੂਮ ਸਹਿਜ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸਹਿਜਪ੍ਰੀਤ 2 ਦਿਨਾਂ ਤੋਂ ਲਾਪਤਾ ਸੀ ਤੇ ਐਤਵਾਰ ਸਵੇਰੇ ਨਹਿਰ 'ਚ ਉਸਦੀ ਲਾਸ਼ ਬਰਾਮਦ ਹੋਈ। ਬੱਚੇ ਦੇ ਤਾਏ ਨੂੰ ਪੁਲਿਸ ਨੇ ਉਸਦੇ ਕਤਲ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ। ਪੁਲਿਸ ਮੁਤਾਬਕ ਤਾਏ ਨੇ ਆਪਣਾ ਇਲਜ਼ਾਮ ਵੀ ਕਬੂਲ ਲਿਆ ਹੈ। ਤਾਏ ਨੇ ਮੰਨਿਆ ਹੈ ਕਿ ਪਰਿਵਾਰਕ ਰੰਜਿਸ਼ ਕਰਕੇ ਉਸਨੇ ਬੱਚੇ ਨੂੰ ਨਹਿਰ 'ਚ ਧੱਕਾ ਦੇ ਕੇ ਬੱਚੇ ਦਾ ਕਤਲ ਕੀਤਾ। ਹਾਲਾਂਕਿ ਮੀਡੀਆ ਅੱਗੇ ਤਾਇਆ ਖੁਦ ਨੂੰ ਬੇਕਸੂਰ ਦੱਸਦਾ ਨਜ਼ਰ ਆਇਆ। गिरफ्त च नजर आ रहा है व्यक्ति ਉਹੀ ਮੁਲਜ਼ਮ ਹੈ ਜਿਸ ਤੇ 8 ਸਾਲਾ ਸਹਿਜਪ੍ਰੀਤ ਨੂੰ ਕਤਲ ਕਰਨ ਦੇ ਇਲਜ਼ਾਮ ਲੱਗੇ ਨੇ। ਮੁਲਜ਼ਮ ਦਾ ਨਾਮ ਸਵਰਨ ਸਿੰਘ ਹੈ ਜਿਹੜਾ ਕਿ ਸਹਿਜਪ੍ਰੀਤ ਦਾ ਸਖਾ ਤਾਇਆ ਹੈ। ਹਾਲਾਂਕਿ ਕਤਲ ਦੇ ਇਲਜ਼ਾਮ ਸਵਰਨ ਸਿੰਘ ਦੇ ਸਿਰ ਆਏ ਨੇ ਪਰ ਉਸਨੇ ਖੁਦ ਨੂੰ ਬੇਗੁਨਾਹ ਦੱਸਿਆ ਅਤੇ ਕਿਹਾ ਹੈ ਕਿ ਸਹਿਜਪ੍ਰੀਤ ਨੂੰ ਉਹ ਆਪਣੀ ਜਾਨ ਮੰਨਦਾ ਸੀ। ਆਪੇ ਡਿੱਗ ਗਿਆ ਤੇ ਆਪੇ ਡਿੱਗ ਜਾਂਦਾ ਹੁੰਦਾ ਬੱਚਾ ਸਾਈ ਰਾਤ ਦੇ ਕੋਲ ਰਿਹਾ ਉਦੋਂ ਨਹੀਂ ਡਿੱਗਿਆ। ਪਛਤਾਵਾ ਹੈਗਾ ਹੁਣ? ਬਹੁਤ ਪਛਤਾਵਾ ਹੈ ਬਹੁਤ ਪਛਤਾਵਾ। ਮੇਰਾ ਭਤੀਜਾ ਹੀ ਮੇਰੀ ਜਾਨ ਸੀਗੀ। ਜਦਕਿ ਸਹਿਜਪ੍ਰੀਤ ਦੇ ਗਾਇਬ ਹੋਣ ਤੋਂ ਬਾਅਦ ਲੁਧਿਆਣਾ ਪੁਲਿਸ ਲਗਾਤਾਰ ਉਸ ਦੀ ਭਾਲ 'ਚ ਲੱਗੀ ਹੋਈ ਸੀ ਜਿਸ ਨੇ ਸ਼ੁਰੂਆਤੀ ਜਾਂਚ ਤੋਂ ਬਾਅਦ ਦਾਅਵਾ ਕੀਤਾ ਕਿ ਸਵਰਨ ਸਿੰਘ ਨੇ ਹੀ ਕਿਸੇ ਨਿੱਜੀ ਕਾਰਨਾਂ ਕਰਕੇ ਸਹਿਜਪ੍ਰੀਤ ਦਾ ਕਤਲ ਕੀਤਾ ਹੈ।
ਇਹ ਸਿਰਫ ਘਰੇਲੂ ਰੰਜਿਸ਼ ਦੇ ਕਾਰਨ ਹੀ ਇਸ ਨੇ ਉਸ ਬੱਚੇ ਦੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਹੈ। ਰੰਜਿਸ਼ ਦੀ ਸਿਰਫ ਇਹ ਸੀ ਵੀ ਜੋ ਦੱਸ ਰਿਹਾ, ਕਹਿੰਦਾ ਕਿ ਮੈਂ ਆਪਣੀ ਮਾਂ ਦੀ ਸੇਵਾ ਕਰਦਾ ਸੀਗਾ ਤੇ ਮੈਨੂੰ ਘਰ ਦੇ ਜਿਹੜੇ ਮੇਰੀ ਵਾਈਫ ਔਰ ਮੇਰੀ ਜਿਹੜੀ ਸਾਲੀ ਹੈ, ਜਿਹੜੀ ਬੱਚੇ ਦੀ ਮਾਂ ਸੀ, ਕਿਉਂਕਿ ਦੋਨੋਂ ਭੈਣਾਂ ਹੈਗੀਆਂ ਸੀ, ਇੱਕੋ ਘਰ ਦੇ ਵਿੱਚ ਹੈਗੀ ਸੀ, ਕਿ ਇਹ ਕਹਿੰਦੇ ਸੀ ਵੀ ਤੂੰ ਮਾਂ ਦਾ ਨੌਕਰ ਬਣਿਆ ਹੈ। ਬਸ ਮੈਂ ਕਹਿੰਦਾ ਮੇਰੇ ਦਿਮਾਗ 'ਚ ਉਹ ਚੀਜ਼ ਅਸਰ ਕਰ ਗਈ ਤੇ ਉਹਦੇ ਕਾਰਨ ਹੀ ਮੈਂ ਬੱਚੇ ਨੂੰ ਮਾਰ ਦਿੱਤਾ। ਏਸੀਪੀ ਹਰੀਸ਼ ਬਹਿਲ ਮੁਤਾਬਕ ਮੁਲਜ਼ਮ ਸਵਰਨ ਸਿੰਘ ਪਹਿਲਾਂ ਦਰਬਾਰ ਸਾਹਿਬ ਲੈ ਕੇ ਜਾਣ ਦੇ ਬਹਾਨੇ ਸਹਿਜਪ੍ਰੀਤ ਨੂੰ ਆਪਣੇ ਨਾਲ ਲੈ ਗਿਆ ਅਤੇ ਫਿਰ ਨਹਿਰ ਤੇ ਲਿਜਾ ਕੇ ਉਸ ਦਾ ਕਤਲ ਕਰ ਦਿੱਤਾ। ਉਹਨਾਂ ਕਿਹਾ ਹੈ ਕਿ ਸ਼ੁਰੂਆਤੀ ਜਾਂਚ 'ਚ ਸਾਰੇ ਸਬੂਤ ਸਵਰਨ ਸਿੰਘ ਵੱਲ ਇਸ਼ਾਰਾ ਕਰ ਰਹੇ ਨੇ। ਤੇ ਆਪਣੇ ਮੋਟਰਸਾਈਕਲ ਤੇ ਬਿਠਾ ਕੇ ਕਹਿੰਦਾ ਜੀ ਆਪਾਂ ਦਰਬਾਰ ਸਾਹਿਬ ਮੱਥਾ ਟੇਕਣ ਜਾਣਾ ਹੈ, ਪਰ ਲੱਡੋਵਾਲ ਤੋਂ ਫਿਰ ਵਾਪਸ ਆ ਗਿਆ ਵੀ ਬੱਚਾ ਕਹਿਣ ਲੱਗ ਪਿਆ ਹਨੇਰਾ ਬਹੁਤ ਹੈਗਾ ਤੇ ਮੈਨੂੰ ਨੀਂਦ ਆ ਰਹੀ ਹੈ। ਉੱਥੋਂ ਵਾਪਸ ਆਇਆ, ਕਹਿੰਦਾ ਚਲ ਤੁਹਾਨੂੰ ਮੈਂ ਕਹਿੰਦੇ ਉੱਥੇ ਜਲੰਧਰ ਬਾਈਪਾਸ ਤੋਂ ਮੈਂ ਫਰੂਟ ਲੈ ਦਿੰਦਾ ਤੈਨੂੰ, ਤੇ ਫਿਰ ਆਪਾਂ ਉੱਥੇ ਆਏ। ਜਦੋਂ ਜਲੰਧਰ ਬਾਈਪਾਸ ਤੇ ਉੱਥੋਂ ਇਹ ਚਲੇ ਗਏ ਕਟਾਣਾ ਸਾਹਿਬ ਗੁਰਦੁਆਰਾ ਸਾਹਿਬ। ਉਸ ਤੋਂ ਬਾਅਦ ਉਹ ਨਹਿਰੀ ਇਹ ਨਿਕਲੇ ਆ ਤੇ ਉਸ ਤੋਂ ਬਾਅਦ ਜਿਹੜਾ ਅਸੀਂ ਇਹ ਇਨਵੈਸਟੀਗੇਸ਼ਨ ਟਰੈਕ ਹੋਇਆ ਕਿ ਉਸ ਤੋਂ ਬਾਅਦ ਇਹ ਬੰਦਾ ਇਕੱਲਾ ਹੀ ਘਰ ਨੂੰ ਵਾਪਸ ਸਵੇਰੇ ਕੋਈ 8-9 ਵਜੇ ਆ ਗਿਆ ਸੀਗਾ, ਜਿਹਦੇ ਤੋਂ ਸਾਨੂੰ ਇਹ ਸ਼ੱਕ ਪਿਆ ਕਿ ਇਹਨੇ ਬੱਚੇ ਨੂੰ ਕਿਧਰੇ ਉੱਥੇ ਹੀ ਨਹਿਰ ਦੇ ਵਿੱਚ ਸੁੱਟ ਕੇ ਮਾਰ ਦਿੱਤਾ ਹੈ। ਦੱਸ ਦਈਏ ਕਿ 8 ਸਾਲਾ ਸਹਿਜਪ੍ਰੀਤ 19 ਅਗਸਤ ਨੂੰ ਘਰੋਂ ਲਾਪਤਾ ਹੋ ਗਿਆ ਸੀ। ਲਾਪਤਾ ਹੋਣ ਸਮੇਂ ਸਹਿਜਪ੍ਰੀਤ ਘਰ ਦੇ ਬਾਹਰ ਸਾਈਕਲ ਚਲਾ ਰਿਹਾ ਸੀ ਅਤੇ ਪੁਲਿਸ ਉਸ ਨੂੰ ਲੱਭਣ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਸੀ, ਪਰ ਐਤਵਾਰ ਤੜਕਸਾਰ ਉਸ ਦੀ ਲਾਸ਼ ਸਾਨੇਵਾਲ ਨਹਿਰ 'ਚੋਂ ਬਰਾਮਦ ਹੋਈ। ਲੁਧਿਆਣਾ ਤੋਂ ਰੋਹਿਤ ਗੌੜ, ਨਿਊਜ਼ 18 ਪੰਜਾਬ।